ਪੀਡੀਸੀ ਨਿਊਜ਼ ਦਾ ਖਾਸ ਧਾਰਮਿਕ ਨਜ਼ਰਾਨਾ ਸਿੱਖ ਸਰਗਰਮੀਆਂ ਲੈ ਕੇ ਮੈਂ ਹਰਪ੍ਰੀਤ ਸਿੰਘ ਤੁਹਾਡਾ ਸਭ ਦਾ ਸਵਾਗਤ ਕਰਦਾ। ਜਿਵੇਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਰਾਹੀਂ ਅਸੀਂ ਆਪਣੇ ਦਰਸ਼ਕਾਂ ਨੂੰ ਸਿੱਖ ਕੌਮ ਦੀਆਂ ਲੰਘੇ ਹਫ਼ਤੇ ਦੀਆਂ ਕੁਝ ਖਾਸ ਧਾਰਮਿਕ ਗਤੀਵਿਧੀਆਂ ਤੋਂ ਜਾਣੂ ਕਰਵਾਉਂਦੇ ਹਾਂ। ਇਹਨਾਂ ਗਤੀਵਿਧੀਆਂ ਦੇ ਵਿੱਚ ਖਾਸ ਤੌਰ ਤੇ ਅਸੀਂ ਸਿੱਖ ਮਸਲੇ, ਇਤਿਹਾਸਿਕ ਦਿਹਾੜੇ ਤੇ ਦੇਸ਼ ਵਿਦੇਸ਼ ਦੇ ਵਿੱਚ ਹੋ ਰਹੀਆਂ ਧਾਰਮਿਕ ਗਤੀਵਿਧੀਆਂ ਤੇ ਝਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਥਕ ਹਲਕਿਆਂ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੇ ਨਾਲ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਬੀਤੇ ਹਫ਼ਤੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਦੇ ਵਿੱਚ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਆਓ ਇੱਕ ਝਾਤ ਪਾਉਂਦੇ ਹਾਂ ਗੁਰੂ ਸਾਹਿਬ ਦੇ ਜੀਵਨ ਸਫ਼ਰ ਉੱਤੇ। ਗੁਰੂ ਰਾਮਦਾਸ ਰਾਖੋ ਸ਼ਰਨਾਈ, ਗੁਰੂ ਰਾਮਦਾਸ ਰਾਖੋ ਸ਼ਰਨਾਈ, ਇੱਕ ਅਰਦਾਸ ਪਾਠ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1534 ਈਸਵੀ ਦੇ ਵਿੱਚ ਲਾਹੌਰ ਦੀ ਚੂਨਾ ਮੰਡੀ ਵਿਖੇ ਇੱਕ ਗਰੀਬ ਪਰਿਵਾਰ ਦੇ ਵਿੱਚ ਹੋਇਆ। ਮਾਪਿਆਂ ਦਾ ਪਹਿਲਾ ਬੱਚਾ ਹੋਣ ਕਰਕੇ ਆਪ ਜੀ ਨੂੰ ਜੇਠਾ ਕਿਹਾ ਜਾਣ ਲੱਗਾ। ਅੰਮ੍ਰਿਤਸਰ ਦੇ ਪਿੰਡ ਬਾਸਰਕੇ ਨਾਨਕੇ ਹੋਣ ਕਰਕੇ ਜੇਠਾ ਜੀ ਦਾ ਬਾਸਰਕੇ ਆਉਣਾ ਜਾਣਾ ਬਣਿਆ ਰਹਿੰਦਾ। ਇੱਥੇ ਹੀ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨਾਲ ਮਿਲਾਪੜੇ ਸਬੰਧ ਬਣ ਜਾਣ ਤੇ ਜੇਠਾ ਜੀ ਗੋਇੰਦਵਾਲ ਸਾਹਿਬ ਆ ਗਏ। ਰਹਿਮਤਾਂ ਦਾ ਮੀਂਹ ਵਰਿਆ ਅਤੇ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਅਣਜਾਣ ਘੋਂਗੜੀਆਂ ਵੇਚਦੇ ਜੇਠਾ ਜੀ ਇੱਕ ਦਿਨ ਗੁਰੂ ਘਰ ਦੇ ਵਾਰਿਸ ਬਣ ਗਏ। ਇਸ ਸਾਰੀ ਰਹਿਮਤ ਬਾਰੇ ਗੁਰੂ ਸਾਹਿਬ ਨੇ ਆਪਣੇ ਮੁਖੋਂ ਖੁਦ ਉਚਾਰਨ ਕੀਤਾ। ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ, ਸਾਬਿਦ ਤੁਮ ਹਰ ਜਾਣੋ ਆਪੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕਿਰੈ ਹਮ ਥਾਪੈ। ਤਨ ਤਨ ਗੁਰ ਨਾਨਕ ਜਨ ਕੀਰਾ, ਜਿਤ ਮਿਲਿਐ ਚੂਕੇ ਸਭ ਸੋਗ ਸੰਤਾਪੇ। ਗੁਰੂ ਸਾਹਿਬ ਜੀ ਦੇ ਜੀਵਨ ਉਤੇ ਜੇ ਝਾਤ ਪਾਈਏ ਤਾਂ ਪਤਾ ਚੱਲਦਾ ਹੈ ਆਪ ਜੀ ਸੇਵਾ, ਸਹਿਣਸ਼ੀਲਤਾ ਅਤੇ ਆਗਿਆਕਾਰੀ ਸੁਭਾਅ ਦੇ ਮਾਲਕ ਸਨ। ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਇੱਕ ਕੇਂਦਰੀ ਸਥਾਨ ਦੀ ਲੋੜ ਵੀ ਮਹਿਸੂਸ ਕੀਤੀ ਅਤੇ ਰਾਮਦਾਸਪੁਰ ਨਗਰ ਵਸਾਇਆ, ਜਿਸ ਤੋਂ ਕਿ ਬਾਅਦ ਵਿੱਚ ਅੰਮ੍ਰਿਤ ਸਰੋਵਰ ਯਾਨੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਜੋਂ ਜਾਣਿਆ ਜਾਣ ਲੱਗਾ। ਗੁਰੂ ਸਾਹਿਬ ਨੇ ਕਈ ਸਰੋਵਰ ਸਾਹਿਬ ਵੀ ਖੁਦਵਾਏ, ਜਿੱਥੇ ਹਰ ਕਿਸੇ ਦੀਨ ਦੁਖੀ ਦਾ ਦੁੱਖ ਦਰਦ ਦੂਰ ਹੁੰਦਾ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਗੁਰੂ ਸਾਹਿਬ ਨੇ 30 ਰਾਗਾਂ ਦੇ ਵਿੱਚ 678 ਸ਼ਲੋਕਾਂ ਦੀ ਰਚਨਾ ਵੀ ਕੀਤੀ ਅਤੇ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਸ਼ੋਭਿਤ ਹੈ। ਗੁਰੂ ਸਾਹਿਬ ਨੇ ਰੂੜੀਵਾਦੀ ਪਰੰਪਰਾ ਨੂੰ ਤੋੜਦਿਆਂ ਸਿੱਖ ਧਰਮ ਨੂੰ ਸਭ ਤੋਂ ਵੱਡਮੁੱਲੀ ਦੇਣ ਦਿੱਤੀ 4 ਲਾਵਾਂ ਦੇ ਰੂਪ ਵਿੱਚ, ਜਿਸ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਇੱਕ ਹੋਰ ਵਿਲੱਖਣਤਾ ਆ ਗਈ। ਸੋ ਗੁਰੂ ਰਾਮਦਾਸ ਜੀ ਨੇ ਸਾਰਾ ਸਮਾਂ ਸੱਚੀ ਮਨੁੱਖਤਾ ਦੀ ਸੇਵਾ ਕੀਤੀ ਅਤੇ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਅਦਾਰਾ ਪੀਟੀਸੀ ਨੈਟਵਰਕ ਵੱਲੋਂ ਵੀ ਆਪ ਸਭ ਜੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ। ਗੁਰੂ ਰਾਮਦਾਸ ਰਾਖੋ ਸ਼ਰਨਾਈ, ਗੁਰੂ ਰਾਮਦਾਸ ਰਾਖੋ ਸ਼ਰਨਾਈ, ਇੱਕ ਅਰਦਾਸ ਪਾਠ। ਮਾਲਵੇ ਦੇ ਪ੍ਰਸਿੱਧ ਸੰਤ ਅਤਰ ਸਿੰਘ ਜੀ ਦੇ ਤਪ ਸਥਾਨ ਸ੍ਰੀ ਮਸਤਵਾਣਾ ਸਾਹਿਬ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ 7 ਸਾਲਾਂ ਬਾਅਦ ਸ਼ੁਰੂ ਹੋਈ ਤੇ ਇਸ ਦੀ ਸ਼ੁਰੂਆਤ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ ਸੰਤ ਸਮਾਜ ਦੇ ਨੁਮਾਇੰਦਿਆਂ ਅਤੇ ਸੰਗਤਾਂ ਨੇ ਵੀ ਪੂਰੇ ਉਤਸ਼ਾਹ ਦੇ ਨਾਲ ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਇਆ। ਮਾਲਵੇ ਦੇ ਪ੍ਰਸਿੱਧ ਸੰਤ ਅਤਰ ਸਿੰਘ ਜੀ ਦੀ ਤਪਸਥਲੀ ਸ਼੍ਰੀ ਮਸਤਵਾਣਾ ਸਾਹਿਬ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਸੰਤ ਸਮਾਜ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਸ਼ੁਰੂ ਕੀਤੀ ਗਈ। ਇਸ ਕਾਰ ਸੇਵਾ ਦੇ ਵਿੱਚ ਦੂਰੋਂ ਆਈਆਂ ਸੰਗਤਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਪਾਇਆ।
ਸੰਗਤ ਨੇ ਬਹੁਤ ਉਤਸ਼ਾਹ ਨਾਲ, ਜੀ ਤੁਸੀਂ ਦੇਖ ਰਹੇ ਹੋ ਕਿ ਉਸ ਮਹਾਨ ਸੰਤ ਦੀ ਜੋ ਦੇਣ ਹੈ ਉਹਨੂੰ, ਜੋ ਇਹ ਸਰੋਵਰ ਸਾਹਿਬ ਦੀ ਉਹਦੀ ਪੂਰੀ ਸੇਵਾ ਕਰਨ ਲਈ ਅੱਜ ਬਹੁਤ ਸੰਤ। ਮੈਂ ਸਾਰੀ ਸੰਗਤ ਦਾ ਔਰ ਸਾਰੇ ਭੈਣਾਂ ਭਰਾਵਾਂ ਦਾ ਧੰਨਵਾਦ ਕਰਦਾ। ਇਹ ਕਾਰ ਸੇਵਾ ਅੱਜ ਤੋਂ 7 ਸਾਲ ਪਹਿਲਾਂ ਵੀ ਹੋਈ ਸੀ, ਕਿਉਂਕਿ ਇਸ ਸਰੋਵਰ ਪ੍ਰਤੀ ਜਿਹੜਾ ਸੰਤ ਬਾਬਾ ਅਤਰ ਸਿੰਘ ਜੀ ਨੇ ਆਪਣੇ ਹੱਥੀਂ ਬਣਵਾਇਆ ਹੈ ਸਰੋਵਰ, ਔਰ ਜਿੰਨੇ ਵੀ ਸੰਤਾਂ ਦੇ ਸੇਵਕ ਨੇ ਉਹਨਾਂ 'ਚ ਇਸ ਸਰੋਵਰ ਪ੍ਰਤੀ ਅਥਾਹ ਸ਼ਰਧਾ ਹੈ। ਸੰਤ ਮਹਾਰਾਜ ਜੀ ਨੇ ਬਹੁਤ ਜ਼ਿਆਦਾ ਵਰ ਦਿੱਤਾ ਇਹਨੂੰ। ਇੱਥੇ ਸਰੋਵਰ 'ਚੋਂ ਕੋਈ ਇਸ਼ਨਾਨ ਕਰੂਗਾ ਉਹਦੀਆਂ ਇੱਛਾ ਪੂਰੀਆਂ ਹੋਣਗੀਆਂ, ਸਭ ਤਰ੍ਹਾਂ ਦੇ ਰੋਗ ਕੱਟੇ ਜਾਣਗੇ। ਇੱਕ ਤਰ੍ਹਾਂ ਸਿਮਰਨ ਭਜਨ ਕਰਨ ਵਾਸਤੇ ਸਰੋਵਰ 'ਚ ਇਸ਼ਨਾਨ ਕਰਨ ਵਾਸਤੇ ਸੰਤ ਮਹਾਰਾਜ ਜੀ ਨੇ ਪ੍ਰਚਾਰ ਕੀਤਾ। ਇਹ ਜਾਣ ਕੇ ਸੰਗਤਾਂ ਨੂੰ ਬਹੁਤ ਖੁਸ਼ੀ ਹੋਵੇਗੀ। ਸ਼੍ਰੀਮਾਨ 111 ਸੰਤ ਅਤਰ ਸਿੰਘ ਜੀ ਮਹਾਰਾਜ ਤੋਂ ਬਰਸਾਏ ਹੋਏ ਗੁਰਸਾਗਰ ਮਸਤੂਆਣਾ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਬੜੀ ਧੂਮਧਾਮ ਨਾਲ ਇਲਾਕਾ ਨਿਵਾਸੀ ਸੰਗਤਾਂ ਕਰਵਾ ਰਹੀਆਂ ਨੇ। ਸਮੂਹ ਕੌਂਸਲ ਮੈਂਬਰ, ਸਮੂਹ ਸੰਤ ਸੇਵਕ ਜਥਾ ਵਿਹੰਗਮ ਵੱਲੋਂ ਰਲ ਮਿਲ ਕੇ ਸੇਵਾ ਸ਼ੁਰੂ ਕੀਤੀ ਗਈ ਹੈ। ਮਾਲਵੇ ਦੇ ਪ੍ਰਸਿੱਧ ਸੰਤ ਅਤਰ ਸਿੰਘ ਦੀ ਤਪੋਸਥਲੀ ਮਸਤੂਆਣਾ ਸਾਹਿਬ ਵਿਖੇ ਦੱਸ ਦਈਏ ਕਿ 7 ਸਾਲਾਂ ਦੇ ਬਾਅਦ ਇਹ ਕਾਰ ਸੇਵਾ ਸ਼ੁਰੂ ਹੋਈ ਹੈ। ਇਸ ਪਵਿੱਤਰ ਸਰੋਵਰ ਦੀ ਸੇਵਾ ਵਿੱਚ ਪੰਜਾਬ ਭਰ ਦੀ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਦਿੱਖ ਨੂੰ ਚਾਰ ਚੰਨ ਲਗਾਉਣ ਲਈ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਗੋਲਡਨ ਟੈਂਪਲ ਪਲਾਜ਼ਾ ਇਸ ਬੰਦੀ ਛੋੜ ਦਿਵਸ ਮੌਕੇ ਸੰਗਤਾਂ ਨੂੰ ਸਮਰਪਿਤ ਕਰ ਦਿੱਤਾ ਜਾਏਗਾ। ਇਸ ਦਾ ਐਲਾਨ ਬੀਤੇ ਦਿਨ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਲਈ ਆਏ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਚੱਲ ਰਹੇ ਕਾਰਜਾਂ ਦਾ ਨਿਰੀਖਣ ਕਰਨ ਤੋਂ ਬਾਅਦ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਦੇ ਮੰਤਵ ਨਾਲ ਮਈ 2011 ਵਿੱਚ ਸ਼ੁਰੂ ਕੀਤਾ ਗਿਆ ਗੋਲਡਨ ਟੈਂਪਲ ਪਲਾਜ਼ਾ ਪ੍ਰੋਜੈਕਟ ਹੁਣ ਆਖਰੀ ਪੜਾਅ ਤੇ ਹੈ ਤੇ ਇਸ ਨੂੰ ਦੀਵਾਲੀ ਤੱਕ ਸੰਗਤਾਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਏਗਾ। ਪਰ ਇਸ ਦਾ ਇੱਕ ਵੱਡਾ ਹਿੱਸਾ ਸੰਗਤਾਂ ਦੇ ਲਈ ਫਿਲਹਾਲ ਖੋਲ੍ਹਿਆ ਵੀ ਹੋਇਆ ਹੈ। ਬਾਕੀ ਬਚਦੇ ਸਾਰੇ ਕਾਰਜ ਚੰਗੇ ਪੱਧਰ ਤੇ ਚਲਾਏ ਜਾ ਰਹੇ ਨੇ। ਪ੍ਰਵੇਸ਼ ਦੁਆਰ ਦੀ ਉਸਾਰੀ ਦਾ ਕੰਮ ਮਈ 2011 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੇ ਉੱਪਰਲੇ ਹਿੱਸੇ ਨੂੰ ਪਹਿਲੇ ਪੜਾਅ ਵਜੋਂ ਪਿਛਲੇ ਸਾਲ ਦੀਵਾਲੀ ਮੌਕੇ ਖੋਲ੍ਹਣ ਦੀ ਯੋਜਨਾ ਸੀ, ਪਰ ਕੰਮ ਵਿੱਚ ਦੇਰੀ ਹੋਣ ਕਰਕੇ ਇਸ ਨੂੰ ਹੁਣ ਇਸ ਸਾਲ ਦੀ ਦੀਵਾਲੀ ਮੌਕੇ ਖੋਲ੍ਹਿਆ ਜਾਏਗਾ। ਇਹ ਪਲਾਜ਼ਾ ਲਗਭਗ 2 ਏਕੜ ਰਕਬੇ ਵਿੱਚ 8250 ਵਰਗ ਮੀਟਰ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਜ਼ਮੀਨਦੋਜ਼ ਹਿੱਸੇ ਵਿੱਚ ਸ਼ਰਧਾਲੂਆਂ ਲਈ ਵੱਖ-ਵੱਖ ਸਹੂਲਤਾਂ ਦੇ ਪ੍ਰਬੰਧ ਹੋਣਗੇ। ਇੱਥੇ ਚੱਲ ਰਹੇ ਕੰਮ ਦੌਰਾਨ ਸਮੁੱਚੇ ਖੇਤਰ ਨੂੰ ਆਵਾਜਾਈ ਲਈ ਬੰਦ ਕੀਤਾ ਹੋਇਆ ਹੈ, ਜਿਸ ਭਾਵੇਂ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਪਰ ਇਸ ਦਾ ਇੱਕ ਹਿੱਸਾ ਸੰਗਤਾਂ ਦੇ ਲਈ ਖੋਲ੍ਹ ਦਿੱਤਾ ਗਿਆ। ਉਸ ਵਿੱਚ ਜੋੜਾ ਘਰ ਅਤੇ ਗਠੜੀ ਘਰ ਸ਼ਾਮਿਲ ਨੇ। ਇਸ ਤੋਂ ਇਲਾਵਾ ਹੁਣ ਇੱਥੇ ਕੁਝ ਸਜਾਵਟੀ ਬੂਟੇ ਲਗਾਏ ਗਏ ਨੇ, ਜਿਨ੍ਹਾਂ ਦੇ ਆਲੇ-ਦੁਆਲੇ ਸੁੰਦਰ ਬੈਂਚ ਬਣੇ ਹੋਏ ਨੇ। ਇੱਥੇ ਸੰਗਤ ਬੈਠ ਕੇ ਇਲਾਹੀ ਬਾਣੀ ਦਾ ਸਰਵਣ ਕਰਦੀਆਂ ਨੇ ਤੇ ਆਪਣੀ ਥਕਾਨ ਵੀ ਮਿਟਾਉਂਦੀਆਂ ਨੇ। ਇਸ ਪਲਾਜ਼ੇ ਦੇ ਬਾਹਰਲੇ ਪਾਸੇ ਨੂੰ ਵਿਰਾਸਤੀ ਦਿੱਖ ਦੇਣ ਦੇ ਲਈ ਸੁੰਦਰ ਥੰਬ ਅਤੇ ਪੱਥਰ ਦੀਆਂ ਜਾਲੀਆਂ ਲਗਾਈਆਂ ਗਈਆਂ ਨੇ। ਇਹ ਕੰਮ ਕਰਨ ਵਾਲੇ ਹੋਰਨੇ ਸੂਬਿਆਂ ਤੋਂ ਆਏ ਮਾਹਿਰ ਕਾਰੀਗਰਾਂ ਨੂੰ ਬੁਲਾਇਆ ਗਿਆ ਹੈ। ਇਸ ਦਾ ਉੱਪਰਲਾ ਹਿੱਸਾ ਖੁੱਲ੍ਹਣ ਨਾਲ ਸੰਗਤਾਂ ਨੂੰ ਰਾਹਤ ਮਿਲੀ ਹੈ। ਪਲਾਜ਼ਾ ਦੇ ਦੂਜੇ ਪੜਾਅ ਵਿੱਚ ਜ਼ਮੀਨਦੋਜ਼ ਹਿੱਸੇ ਵਿੱਚ ਕੰਮ ਚੱਲ ਰਿਹਾ ਹੈ, ਜਿਸ ਨੂੰ ਮੁਕੰਮਲ ਹੋਣ ਦੇ ਵਿੱਚ ਹੋਰ ਸਮਾਂ ਲੱਗੇਗਾ। ਜ਼ਮੀਨਦੋਜ਼ ਹਿੱਸੇ ਵਿੱਚ ਸ਼ਰਧਾਲੂਆਂ ਲਈ ਵੱਖ-ਵੱਖ ਸਹੂਲਤਾਂ ਦਾ ਪ੍ਰਬੰਧ ਹੋਏਗਾ, ਜਿਨ੍ਹਾਂ ਵਿੱਚ ਸੂਚਨਾ ਕੇਂਦਰ, VIP ਲੌਂਜ, ਬੈਠਕ ATM, ਹਵਾਈ ਜਹਾਜ਼ ਅਤੇ ਰੇਲਵੇ ਪੁੱਛਗਿੱਛ ਕੇਂਦਰ, ਇੱਕ ਬਹੁਮੰਤਵੀ ਹਾਲ ਅਤੇ ਅਹਿਮ ਵਿਅਕਤੀਆਂ ਲਈ ਇੱਕ ਸੁਰੱਖਿਅਤ ਖੇਤਰ ਹੋਵੇਗਾ। ਇਸੇ ਤਰ੍ਹਾਂ ਇੱਕ ਮਲਟੀਮੀਡੀਆ ਕੇਂਦਰ ਵੀ ਸਥਾਪਿਤ ਹੋਵੇਗਾ, ਜਿਸ ਵਿੱਚ ਸ਼ਰਧਾਲੂਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਦਾ ਪ੍ਰਬੰਧ ਹੋਏਗਾ। ਇੱਕ ਛੋਟਾ ਆਡੀਟੋਰੀਅਮ ਵੀ ਬਣਾਇਆ ਜਾਏਗਾ ਤੇ ਇਸ ਵਿੱਚ 100 ਤੋਂ ਵੱਧ ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਇਸ ਪਲਾਜ਼ਾ ਦਾ ਡਿਜ਼ਾਈਨ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਇੱਕ ਮੁਕਾਬਲੇ ਰਾਹੀਂ ਤਿਆਰ ਕਰਵਾਇਆ ਗਿਆ ਸੀ, ਜਿਸ ਵਿੱਚ ਵਿਦੇਸ਼ ਦੀਆਂ ਭਵਨ ਨਿਰਮਾਣ ਕੰਪਨੀਆਂ ਵੀ ਸ਼ਾਮਿਲ ਹੋਈਆਂ ਸਨ। ਇਹਨਾਂ ਚੋਂ ਇੱਕ ਡਿਜ਼ਾਈਨ ਦੀ ਚੋਣ ਕੀਤੀ ਗਈ ਸੀ, ਜਿਸ ਮੁਤਾਬਿਕ ਹੀ ਇਹ ਪ੍ਰਵੇਸ਼ ਦੁਆਰ ਪਲਾਜ਼ਾ ਬਣਾਇਆ ਜਾ ਰਿਹਾ ਹੈ। ਇਸ ਪਲਾਜ਼ਾ ਦਾ ਮੁੱਖ ਮੰਤਵ ਇੱਥੇ ਆਉਣ ਵਾਲੇ ਹਜ਼ਾਰਾਂ ਲੱਖਾਂ ਸ਼ਰਧਾਲੂਆਂ ਨੂੰ ਖੁੱਲ੍ਹੀ ਥਾਂ ਅਤੇ ਰਾਹਤ ਮਹਿਸੂਸ ਕਰਵਾਉਣਾ ਹੈ। ਇਸ ਤੋਂ ਪਹਿਲਾਂ ਇਸ ਖੇਤਰ ਦੇ ਵਿੱਚ ਥਾਂ ਦੀ ਘਾਟ ਹੋਣ ਕਰਕੇ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਸੀ। ਹਰ ਮਹੀਨੇ ਇੱਥੇ ਚੱਲ ਰਹੇ ਕਾਰਜਾਂ ਦਾ ਨਿਰੀਖਣ ਕਰਨ ਲਈ ਉਚੇਚੇ ਤੌਰ ਤੇ ਆਉਂਦੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੀ ਸਰਕਾਰ ਦਾ ਮੁੱਖ ਮੰਤਵ ਗੁਰੂ ਨਗਰੀ ਨੂੰ ਇੱਕ ਨਮੂਨੇ ਦਾ ਸ਼ਹਿਰ ਵਜੋਂ ਵਿਕਸਿਤ ਕਰਨਾ ਹੈ ਤੇ ਇਸ ਦੇ ਲਈ ਕੁਝ ਸਮਾਂ ਹੋਰ ਅੰਮ੍ਰਿਤਸਰ ਵਾਸੀਆਂ ਨੂੰ ਉਡੀਕ ਕਰਨੀ ਪਏਗੀ। ਉਹਨਾਂ ਮੁਤਾਬਿਕ ਇਹ ਪਲਾਜ਼ਾ ਸਰਕਾਰ ਦਾ ਸੁਪਨਾ ਸੀ ਜੋ ਦੀਵਾਲੀ ਤੱਕ ਸਾਕਾਰ ਹੋ ਜਾਏਗਾ। मैं हर महीने रिव्यू करदा, हर महीने प्लान करदा। कई प्रोजेक्ट हुण कंस्ट्रक्शन फेज ते है, कई हुण सैंक्शनिंग ते आ गए है, कईयां दा असीं टेंडर हो गए है,
ਸੋ ਹਲੇ ਤੁਸੀਂ ਦੇਖੋਗੇ ਅਗਲੇ 6 ਮਹੀਨਿਆਂ ਨੂੰ ਪੂਰੀ ਜ਼ਬਰਦਸਤ ਕੰਮ ਸਾਰੀ ਜਗ੍ਹਾ ਤੇ ਇੱਕ ਵਧੀਆ ਮਾਡਰਨ ਬੈਸਟ ਟਾਊਨ ਜਿਹੜੀ ਹੈਗੀ ਜਿਹੜੇ ਇੰਟੈਲੀਜੈਂਟ ਸਿਟੀ ਜਿਹੜੀ ਹੈਗੀ ਆ ਟੌਪ ਸਿਟੀ ਅਸੀਂ ਪੰਜਾਬ ਦੇਸ਼ ਦੀ ਉਹ ਅਸੀਂ ਗੁਰੂ ਦੀ ਨਗਰੀ ਨੂੰ ਬਣਾਉਣਾ ਹੈ ਅਗਲੇ ਸਾਲ 1.5 ਸਾਲ 'ਚ। ਇੱਥੇ ਆਏ ਸ਼ਰਧਾਲੂਆਂ ਦੀ ਮੰਨੀਏ ਤਾਂ ਉਹ ਇਸ ਕਾਰਜ ਦੀ ਸ਼ਲਾਘਾ ਕਰਦੇ ਨਹੀਂ ਥੱਕਦੇ। ਉਹਨਾਂ ਮੁਤਾਬਿਕ ਸੂਬਾ ਸਰਕਾਰ ਵੱਲੋਂ ਇਸ ਵਿਰਾਸਤ ਅਤੇ ਕੌਮ ਦੇ ਇਸ ਅਨਮੋਲ ਖਜ਼ਾਨੇ ਦੀ ਦਿੱਖ ਨੂੰ ਸੰਵਾਰਨ ਲਈ ਜੋ ਕਾਰਜ ਕੀਤੇ ਜਾ ਰਹੇ ਨੇ ਉਹ ਬਿਨਾਂ ਸ਼ੱਕ ਲਾਜਵਾਬ ਨੇ। ਇਹ ਬਹੁਤ ਅੱਛਾ ਪ੍ਰੋਜੈਕਟ ਹੈ ਜੀ। ਟੂਰਿਸਟ ਨੂੰ ਇਹਦੇ ਨਾਲ ਬੜਾ ਅੱਛਾ ਬੈਨੀਫਿਟ ਮਿਲੇਗਾ। ਸਰਦੀਆਂ ਦੇ ਵਿੱਚ ਲੋਕ ਧੁੱਪੇ ਬੈਠ ਸਕਣਗੇ ਤੇ ਜੋ ਪ੍ਰੋਜੈਕਟ ਦੇ ਵਿੱਚ ਸਾਨੂੰ ਪਤਾ ਲੱਗਾ ਇੱਥੇ ਕੂਲਿੰਗ ਦਾ ਅਰੇਂਜਮੈਂਟ ਵੀ ਹੋਏਗਾ ਨੀਚੇ। ਗਰਮੀਆਂ ਦੇ ਵਿੱਚ ਟੂਰਿਸਟ ਨੂੰ ਇਹ ਹੋਏਗੀ। ਵੈਸੇ ਵੀ ਇਹ ਬਹੁਤ ਸੋਹਣਾ ਲੱਗ ਰਿਹਾ ਸੀ ਦੇਖ ਰਹੇ ਸੀ ਅੱਗੇ ਹੀ ਕਿ ਇੱਕੋ ਜਿਹਾ ਵਿਊ ਲੱਗ ਰਿਹਾ ਸਾਰੇ ਪਾਸੇ ਐਂਡ ਬੜੇ ਅੱਛੇ ਪਲਾਂਟਸ ਲਗਾ ਕੇ ਇਹਨਾਂ ਨੇ ਇਹਦੀ ਸ਼ੋਭਾ ਨੂੰ ਹੋਰ ਹੀ ਵਧਾਇਆ। ਬਹੁਤ ਅੱਛਾ ਲੱਗ ਰਿਹਾ ਜੀ, ਬਹੁਤ ਸੋਹਣਾ ਲੱਗ ਰਿਹਾ ਹੈ ਔਰ ਖੁੱਲੀ ਜਗ੍ਹਾ ਬਣ ਗਈ ਹੈ ਸੰਗਤਾਂ ਦੇ ਬੈਠਣ ਵਾਸਤੇ, ਖੜੇ ਹੋਣ ਵਾਸਤੇ। ਪਹਿਲੇ ਜਿਹੜਾ ਟਾਈਟ ਸੀ ਜਗ੍ਹਾ, ਲੋਕੀ ਆਂਦੇ ਸੀ ਤੇ ਇੱਧਰ ਉੱਧਰ ਉਹਨਾਂ ਨੂੰ ਦੇਖਣਾ ਪੈਂਦਾ ਸੀ, ਹੁਣ ਉਹਨਾਂ ਨੂੰ ਬੈਠਣ ਦਾ ਆਰਾਮ ਹੋ ਜਾਏਗਾ। ਜੋ ਵੀ ਸਰਕਾਰ ਕਰ ਰਹੀ ਹੈ ਇਹ ਮਤਲਬ ਹਿਸਟੋਰੀਕਲ ਇੱਕ ਮੋਨੂਮੈਂਟ ਹੈ ਸਿੱਖ ਕਮਿਊਨਿਟੀ ਦਾ। ਆਈ ਥਿੰਕ ਉਹਦੇ ਬੈਨੀਫਿਟ ਲਈ ਹੈ, ਅਵੇਅਰਨੈਸ ਜ਼ਿਆਦਾ ਆਊਗੀ ਲੋਕਾਂ ਵਿੱਚ ਕਿ ਸਾਡਾ ਇਹ ਜਿਹੜਾ ਸਥਾਨ ਹੈ ਸਿੱਖੀ ਦਾ ਉਹ ਮਤਲਬ ਹੋਰ ਫੇਮਸ ਹੋਵੇ, ਹੋਰ ਲੋਕ ਵਿਜ਼ਿਟ ਕਰਨ। ਮੈਨੂੰ ਲੱਗਦਾ ਬੈਨੀਫਿਟ ਵਾਸਤੇ ਹੀ ਕਮਿਊਨਿਟੀ ਦੀ ਤੇ ਅਦਰਵਾਈਜ਼ ਆਲਸੋ। ਤੇ ਬਹੁਤ ਵਧੀਆ ਬਣ ਗਿਆ ਗੁਰੂ ਦਾ ਘਰ। ਹਾਂ, ਇਹ ਵੇਖਣ ਹੀ ਵਾਲਾ ਵਾ। ਬੜੀ ਬੜੀ ਦੂਰੋਂ ਸੰਗਤਾਂ ਆਉਂਦੀਆਂ ਨੇ ਤੇ ਇਹ ਦਰਸ਼ਨ ਕਰਦੀਆਂ ਨੇ, ਬੜਾ ਆਨੰਦ ਆਉਂਦਾ ਪਿਆ। ਇੱਕ ਛੋਟੇ ਜਿਹੇ ਬ੍ਰੇਕ ਦੀ ਰੁਕਣ ਦਾ ਵਕਤ ਆ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਸਮੇਂ ਦਾ ਹਾਣੀ ਹੁੰਦੀ ਜਾ ਰਹੀ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਵੇਖਦਿਆਂ ਹੋਇਆਂ ਸੰਗਤਾਂ ਦੀ ਰਿਹਾਇਸ਼ ਲਈ ਇੱਕ ਅਤਿ ਆਧੁਨਿਕ ਸਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਦਾ ਤਕਰੀਬਨ ਕੰਮ ਪੂਰਾ ਹੋ ਚੁੱਕਾ ਹੈ ਤੇ ਜਲਦ ਹੀ ਇਹ ਸਰਾਂ ਸੰਗਤਾਂ ਲਈ ਖੋਲ੍ਹ ਦਿੱਤੀ ਜਾਏਗੀ। 18 ਕਰੋੜ ਦੀ ਲਾਗਤ ਨਾਲ ਉਸਾਰੀ ਜਾ ਰਹੀ ਸਾਰਾਗੜੀ ਨਿਵਾਸ ਸਥਾਨ ਦੇ ਵਿੱਚ 233 ਕਮਰੇ ਹੋਣਗੇ ਤੇ ਇਸ ਨਿਵਾਸ ਸਥਾਨ ਦੇ ਵਿੱਚ 2000 ਦੇ ਕਰੀਬਨ ਯਾਤਰੂਆਂ ਦੀ ਰਿਹਾਇਸ਼ ਦੀ ਵਿਵਸਥਾ ਹੋਵੇਗੀ। ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤਾਂ ਨੂੰ ਰਿਹਾਇਸ਼ ਦੀ ਸਹੂਲਤ ਦੇਣ ਦੇ ਲਈ ਕਮੇਟੀ ਵੱਲੋਂ ਜਿੱਥੇ ਸਮੇਂ-ਸਮੇਂ ਸਿਰ ਸਰਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਉਸੇ ਲੜੀ ਤਹਿਤ ਉਸਾਰੀ ਜਾ ਰਹੀ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਸਾਰਾਗੜੀ ਨਿਵਾਸ ਦਾ ਕੰਮ ਵੀ ਤਕਰੀਬਨ ਪੂਰਾ ਹੋ ਚੁੱਕਿਆ ਹੈ ਤੇ ਜਲਦ ਹੀ ਇਸ ਨੂੰ ਸੰਗਤਾਂ ਲਈ ਖੋਲ੍ਹ ਦਿੱਤਾ ਜਾਏਗਾ। ਖਾਲਸਾਈ ਭਵਨ ਕਲਾ ਨੂੰ ਰੂਪਮਾਨ ਕਰਦਾ ਇਹ ਨਿਵਾਸ ਸਥਾਨ 11 ਮੰਜ਼ਲੀ ਹੋਵੇਗਾ, ਜਿਸ ਵਿੱਚ ਕੁੱਲ 233 ਕਮਰੇ ਉਸਾਰੇ ਜਾਣਗੇ। ਇਸ ਵਿੱਚ ਇੱਕ ਸਮੇਂ 'ਚ ਕਰੀਬ 2000 ਯਾਤਰੂ ਰਹਿਣ ਬਸੇਰਾ ਕਰ ਸਕਣਗੇ। ਬੇਸਮੈਂਟ ਨੂੰ ਪਾਰਕਿੰਗ ਵੱਲੋਂ ਵਰਤਿਆ ਜਾਵੇਗਾ ਅਤੇ 18 ਕਰੋੜ ਦੀ ਲਾਗਤ ਵਾਲੇ ਇਸ ਨਿਵਾਸ ਸਥਾਨ ਦੀ ਇਹ ਖਾਸੀਅਤ ਹੋਵੇਗੀ ਕਿ ਪੂਰੀ ਤਰ੍ਹਾਂ ਦੇ ਨਾਲ ਵਾਤਾਨੁਕੂਲ ਹੋਵੇਗਾ ਤੇ ਨਾਲ ਆਟੋਮੈਟਿਕ ਵੀ ਹੋਵੇਗਾ। ਜਿਸ ਵੀ ਕਮਰੇ ਵਿੱਚ ਯਾਤਰੂ ਦਰਵਾਜ਼ਾ ਖੋਲ੍ਹ ਕੇ ਜਾਏਗਾ ਉੱਥੇ ਏਸੀ ਸਿਸਟਮ ਆਪਣੇ ਆਪ ਚੱਲ ਪੈਣਗੇ ਤੇ ਜਦੋਂ ਸ਼ਰਧਾਲੂ ਕਮਰੇ ਤੋਂ ਬਾਹਰ ਆਏਗਾ ਦਰਵਾਜ਼ਾ ਬੰਦ ਕਰਦਿਆਂ ਹੀ ਲਾਈਟ ਅਤੇ ਏਸੀ ਸਿਸਟਮ ਆਪ ਬੰਦ ਹੋ ਜਾਏਗਾ। ਇਸ ਸਭ ਦੇ ਨਾਲ ਬਿਜਲੀ ਦੀ 40% ਬਚਤ ਹੋਵੇਗੀ। ਇਸ ਇਮਾਰਤ ਨੂੰ ਹਰਿਆਵਲ ਬਣਾਉਣ ਦੇ ਲਈ ਇਸ ਵਿੱਚ ਖਾਸ ਕਿਸਮ ਦੇ ਬੂਟੇ ਵੀ ਲਗਾਏ ਜਾਣਗੇ। ਕਮਰਿਆਂ ਤੋਂ ਇਲਾਵਾ ਹਾਲ ਵੀ ਉਸਾਰੇ ਜਾ ਰਹੇ ਨੇ, ਜਿਸ ਵਿੱਚ ਸ਼ਰਧਾਲੂ ਇਕੱਠੇ ਠਹਿਰ ਸਕਣਗੇ। 233 ਕਮਰਿਆਂ ਵਾਲੇ ਇਸ ਨਿਵਾਸ ਸਥਾਨ ਦੇ ਵਿੱਚ ਕੁਝ ਕਮਰੇ 5 ਸਟਾਰ ਹੋਟਲਾਂ ਵਾਲੇ ਕਮਰਿਆਂ ਦੀ ਸਹੂਲਤ ਵਾਲੇ ਹੋਣਗੇ। ਇਸ ਨਿਵਾਸ ਸਥਾਨ ਨੂੰ ਜਲਦ ਹੀ ਸੰਗਤਾਂ ਲਈ ਖੋਲ੍ਹ ਦਿੱਤਾ ਜਾਏਗਾ, ਜਿਸ ਨਾਲ ਦੂਜੇ ਨਿਵਾਸ ਸਥਾਨਾਂ ਤੇ ਸੰਗਤਾਂ ਦੀ ਭੀੜ ਘਟ ਜਾਵੇਗੀ। ਕਮੇਟੀ ਸਕੱਤਰ ਮਨਜੀਤ ਸਿੰਘ ਮੁਤਾਬਿਕ ਕਮੇਟੀ ਵੱਲੋਂ ਸਮੇਂ-ਸਮੇਂ ਸਿਰ ਸੰਗਤਾਂ ਦੀ ਸਹੂਲਤ ਲਈ ਅਜਿਹੇ ਉਪਰਾਲੇ ਕੀਤੇ ਜਾਂਦੇ ਨੇ ਤੇ ਨਿਵਾਸ ਸਥਾਨ ਅਜੋਕੇ ਸਮੇਂ ਦੀਆਂ ਸਾਰੀਆਂ ਸਹੂਲਤਾਂ ਨਾਲ ਲੈਸ ਹੋਵੇਗਾ, ਜੋ ਕਿ ਇੱਕ 5 ਸਟਾਰ ਹੋਟਲ ਨੂੰ ਵੀ ਮਾਤ ਦੇਵੇਗਾ। ਉਹਨਾਂ ਮੁਤਾਬਿਕ ਇਸ ਸਰਾਂ ਨੂੰ ਜਲਦ ਹੀ ਸੰਗਤਾਂ ਲਈ ਖੋਲ੍ਹ ਦਿੱਤਾ ਜਾਏਗਾ। ਇਸ ਨਿਵਾਸ ਸਥਾਨ ਦੀ ਬੁਕਿੰਗ ਆਨਲਾਈਨ ਕੀਤੀ ਜਾਏਗੀ ਤੇ ਇਸ ਵਿੱਚ ਉਹ ਹਰ ਸਹੂਲਤ ਹੋਵੇਗੀ ਜੋ ਕਿਸੇ 5 ਸਟਾਰ ਹੋਟਲ ਵਿੱਚ ਮਿਲਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਦੀ ਸਹੂਲਤ ਵਾਸਤੇ ਸਾਰਾਗੜੀ ਸਰਾਂ ਜਿਹੜੀ ਆ ਇਹ ਨਿਰਮਾਣ ਅਧੀਨ ਹੈ। ਇਹ ਸਰਾਂ ਆਉਂਦੇ 6 ਮਹੀਨਿਆਂ ਦੇ ਵਿੱਚ ਪੂਰੀ ਤਰ੍ਹਾਂ ਕੰਪਲੀਟ ਹੋ ਕੇ ਸੰਗਤਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਇਸ ਸਰਾਂ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਨਵੀਂ ਤਕਨੀਕ ਦੇ ਨਾਲ ਜਿਹੜੀਆਂ ਸੰਗਤਾਂ ਨੂੰ ਜਿਹੜੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ। ਇਸ ਸਰਾਂ ਦੀ ਬੇਸਮੈਂਟ ਉੱਪਰ 11 ਮੰਜ਼ਲਾਂ ਨੇ ਤੇ ਇਹਦੇ ਪਾਰਕਿੰਗ ਦੇ ਵਿੱਚ 50 ਗੱਡੀਆਂ ਦੇ ਖੜਨ ਦੀ ਕਪੈਸਿਟੀ ਹੈ। ਗਰਾਊਂਡ ਫਲੋਰ ਦੇ ਉੱਤੇ ਲੰਗਰ ਛਕਣ ਲਈ ਵੱਡਾ ਹਾਲ ਹੈ, ਲੰਗਰ ਰੱਖਣ ਲਈ ਪੈਂਟਰੀ ਬਣੀ ਹੋਈ ਹੈ। ਇਹਦੇ ਵਿੱਚ ਸੰਗਤਾਂ ਦੀ ਸਹੂਲਤ ਵਾਸਤੇ 6 ATM ਹੋਣਗੇ
ਇੱਕ ਡਿਸਪੈਂਸਰੀ ਹੋਊਗੀ, ਇੱਕ ਰਿਸੈਪਸ਼ਨ ਸੈਂਟਰ ਹੋਊਗਾ। ਉੱਪਰਲੀਆਂ 10 ਮੰਜ਼ਲਾਂ ਦੇ ਵਿੱਚ 238 ਕਮਰੇ ਜਿਹੜੇ ਆ, ਜਿਨ੍ਹਾਂ ਦੇ ਵਿੱਚ 12 VVIP ਕਮਰੇ ਹੋਣਗੇ, ਇਹ ਸੰਗਤਾਂ ਨੂੰ ਸਮਰਪਿਤ ਕੀਤੇ ਜਾਣਗੇ। ਇਸ ਨਿਵਾਸ ਸਥਾਨ ਦੇ ਸ਼ੁਰੂ ਹੋ ਜਾਣ ਤੋਂ ਬਾਅਦ ਸੰਗਤਾਂ ਨੂੰ ਦਰਪੇਸ਼ ਰਿਹਾਇਸ਼ ਦੀ ਮੁਸ਼ਕਿਲ ਘੱਟ ਹੋ ਜਾਏਗੀ। ਸ੍ਰੀ ਹਰਿਮੰਦਰ ਸਾਹਿਬ ਪਰਿਸਰ ਦੇ ਵਿੱਚ ਸਥਿਤ ਗੁਰਦੁਆਰਾ ਦੁੱਖ ਪੰਜਨੀ ਬੇਰ ਵਿਖੇ ਸ਼ਰਧਾ ਭਾਵਨਾ ਨਾਲ ਸ੍ਰੀ ਅਖੰਡ ਪਾਠ ਸਾਹਿਬ ਰਖਾਉਣ ਦੇ ਲਈ ਉਡੀਕ ਦੇ ਵਿੱਚ ਬੈਠੇ ਸ਼ਰਧਾਲੂਆਂ ਦੀ ਸੁਵਿਧਾ ਨੂੰ ਵੇਖਦੇ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5 ਹੋਰ ਨਵੇਂ ਕਮਰੇ ਤਿਆਰ ਕੀਤੇ ਗਏ ਨੇ। ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਇਹ ਕਮਰੇ ਬੀਤੇ ਦਿਨੀ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਿਤ ਰੋਜ਼ਾਨਾ ਆਉਣ ਵਾਲੀਆਂ ਸਿੱਖ ਸੰਗਤਾਂ ਦੀ ਜਿੱਥੇ ਆਮਦ ਵੱਧ ਰਹੀ ਹੈ, ਉੱਥੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਬਹੁਤ ਸਾਰੀਆਂ ਸਿੱਖ ਸੰਗਤਾਂ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਲਾਹਾ ਪ੍ਰਾਪਤ ਕਰਦੀਆਂ ਨੇ ਔਰ ਉਹਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਹ ਨਵੇਂ ਕਮਰੇ ਜਿਹੜੇ ਨੇ ਅਖੰਡ ਪਾਠ ਸਾਹਿਬਾਂ ਵਾਸਤੇ ਤਿਆਰ ਕੀਤੇ ਗਏ ਨੇ। ਬਾਬਾ ਜੀ ਵੱਲੋਂ ਇਹ ਸਾਰੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਿਭਾਈ ਗਈ ਹੈ। ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਮੁਤਾਬਿਕ ਗੁਰੂ ਦੀ ਕਿਰਪਾ ਸਦਕਾ ਉਹਨਾਂ ਨੂੰ ਇਹ ਸੇਵਾ ਮਿਲੀ ਸੀ ਜੋ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਹੋਈ ਹੈ। ਉਹਨਾਂ ਗੁਰੂ ਅੱਗੇ ਬੇਨਤੀ ਕੀਤੀ ਕਿ ਇਸੇ ਤਰ੍ਹਾਂ ਉਹਨਾਂ ਤੋਂ ਇਹ ਸੇਵਾ ਲੈਂਦੇ ਰਹਿਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਨਾਲ ਸੰਬੰਧਿਤ ਗੁਰਦੁਆਰਾ ਦੁੱਖ ਪੰਜਨੀ ਬੇਰੀ ਦੇ ਨਾਲ ਲੱਗਦੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਨਵੇਂ ਕਮਰੇ ਬਣਾਉਣ ਦੀ ਜੋ ਸੇਵਾ ਦਾਸਾਂ ਨੂੰ ਬਖਸ਼ੀ ਗਈ ਸੀ, ਉਹ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਨਾਲ ਮੁਕੰਮਲ ਹੋ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਅਗਾਹਾਂ ਫਿਰ ਸਮੂਹ ਸੰਗਤਾਂ ਤੇ ਦਾਸਾਂ ਦੇ ਸੀਸ ਤੇ ਹੱਥ ਰੱਖਣ, ਆਪਣੇ ਪਾਵਨ ਪਵਿੱਤਰ ਸਥਾਨ ਦੀ ਸੇਵਾ ਇਸੇ ਤਰ੍ਹਾਂ ਹੀ ਲੈਂਦੇ ਰਹਿਣ। ਪੇਸ਼ਕਸ਼ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਅਹਿਮ ਗਤੀਵਿਧੀਆਂ, ਸਿੱਖ ਇਤਿਹਾਸ ਤੇ ਚਲੰਤ ਮੁੱਦਿਆਂ ਤੋਂ ਜਾਣੂ ਕਰਵਾ ਸਕੀਏ। ਤੁਹਾਡੇ ਵਿਚਾਰ ਤੇ ਸੁਝਾਅ ਹਮੇਸ਼ਾ ਸਾਡੇ ਲਈ ਕੀਮਤੀ ਨੇ। ਆਪਣੀਆਂ ਗਲਤੀਆਂ ਤੇ ਖਾਮੀਆਂ ਲਈ ਸਾਨੂੰ ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਦਾ ਹਮੇਸ਼ਾ ਇੰਤਜ਼ਾਰ ਰਹੇਗਾ। ਜੇਕਰ ਤੁਸੀਂ ਇਸ ਪ੍ਰੋਗਰਾਮ ਸੰਬੰਧੀ ਆਪਣੀ ਕੋਈ ਰਾਏ ਜਾਂ ਕੋਈ ਵਿਚਾਰ ਸਾਨੂੰ ਈਮੇਲ ਕਰਨਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ feedback@ptcnetwork.tv। ਅਗਲੇ ਹਫਤੇ ਕੁਝ ਨਵਾਂ, ਕੁਝ ਖਾਸ ਲੈ ਕੇ ਮੁੜ ਤੋਂ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।